ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਖਬਰ ਪ੍ਰਾਪਤ ਹੋਈ ਹੈ। ਮੀਂਹ ਦੀ ਜ਼ਰੂਰਤ ਬਹੁਤ ਸੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 12 ਤਰੀਕ ਦੀ ਆਥਣ ਤੱਕ ਮੀਂਹ ਦੀ ਸੰਭਾਵਨਾ ਇਸੇ ਤਰੀਕੇ ਦੇ ਨਾਲ ਦੁਬਾਰਾ ਫਿਰ ਬਣੀ ਰਹਿਣੀ ਹੈ। ਬੱਦਲਵਾਈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਰਹਿ ਸਕਦੀ ਹੈ। ਕਈ ਥਾਵਾਂ ਦੇ ਉੱਤੇ ਕਿਣਮਣ ਤੇ ਕਈ ਥਾਵਾਂ ਦੇ ਉੱਤੇ ਭਰਵਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ 13 ਤਰੀਕ ਤੋਂ ਲੈ ਕੇ ਅਗਲੇ ਪੂਰੇ ਇੱਕ ਹਫ਼ਤੇ ਤੱਕ ਪੰਜਾਬ ਦੇ ਵਿੱਚ ਫਿਰ ਚੋਖੀ ਗਰਮੀ ਪੈਣੀ ਹੈ। ਇਹਦੇ ਬਾਬਤ ਵੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਹੁਣ ਇਹ ਅੰਦਾਜ਼ਾ ਕਿੰਨਾ ਕੁ ਸਹੀ ਸਾਬਤ ਹੁੰਦਾ ਇਹ ਵਕਤ ਨੇ ਬਿਆਨ ਕਰਨਾ। ਪਰ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ। ਭਗਵੰਤ ਮਾਨ ਦੇ ਵੱਲੋਂ ਇੱਕ ਨਵਾਂ ਮੁੱਦਾ ਚੁੱਕਿਆ ਗਿਆ। ਉਹਨਾਂ ਨੇ ਜਿਹੜਾ ਮੁੱਦਾ ਚੁੱਕਿਆ ਉਹ ਪੰਜਾਬ ਦਾ ਬਹੁਤ ਭਖਦਾ ਮੁੱਦਾ। ਇੱਕ ਪਾਸੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਮੁੱਦਾ ਚੁੱਕਿਆ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਨਵੀਂ ਗੱਲ ਕੀਤੀ ਗਈ ਹੈ। ਇਹਨਾਂ ਦੋਹਾਂ ਗੱਲਾਂ ਨੂੰ ਜੇਕਰ ਅਸੀਂ ਮਿਲਾ ਕੇ ਦੇਖੀਏ ਤਾਂ ਇਹ ਗੱਲ ਕਹਿਣੀ ਗਲਤ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪੈਰ ਪੱਕੇ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਪਾਂ ਇਹ ਵੀ ਸਾਰੇ ਜਾਣਦੇ ਹਾਂ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਲਾਓ ਹੋਰ ਤਰ੍ਹਾਂ ਦਾ ਸੀ। ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਵੀ ਹੋਰ ਤਰ੍ਹਾਂ ਦਾ ਸੀ। ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ 2-4 ਹੋ ਕੇ ਜੂਝਣਾ ਪਿਆ ਉਹਦੇ ਨਾਲ। ਪਰ ਇਸ ਵਕਤ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਰਾਜਨੀਤੀ ਦੇ ਵਿੱਚ ਸਾਰਾ ਕੁਝ ਉਵੇਂ ਨਹੀਂ ਹੁੰਦਾ ਜਿਵੇਂ ਅਸੀਂ ਅੱਜ ਇੱਥੇ ਬੈਠ ਕੇ ਸੋਚ ਰਹੇ ਹਾਂ, ਕਿਉਂਕਿ ਵੋਟਾਂ ਵਾਲੇ ਦਿਨ ਤੱਕ ਪਤਾ ਨਹੀਂ ਕਿਹਨਾਂ ਦੀ ਸੋਚ ਕਿਵੇਂ ਕੰਮ ਕਰਨੀ ਹੈ। ਪਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪਲਾਜ਼ਮਾ ਬੈਂਕ ਦੇ ਇੱਕ ਚੰਗੇ ਨਤੀਜੇ ਸਾਹਮਣੇ ਆਏ ਆ, ਉੱਧਰੋਂ ਆਈਆਂ ਖਬਰਾਂ ਰਾਜਧਾਨੀ ਦੇ ਵਿੱਚੋਂ ਉਹ ਭਾਰਤ ਦੇ ਵੱਖ-ਵੱਖ ਸੂਬਿਆਂ ਤੱਕ ਮਾਰ ਕਰਦੀਆਂ। ਪੰਜਾਬ ਦੇ ਵਿੱਚ ਵੀ ਉਹਨਾਂ ਦਾ ਪ੍ਰਭਾਵ ਪੈਂਦਾ। ਸੋ ਪਲਾਜ਼ਮਾ ਬੈਂਕ ਦੇ ਕਰਕੇ ਜਿਸ ਤਰੀਕੇ ਦੇ ਨਾਲ ਤੰਦਰੁਸਤੀ ਦਾ ਪਾਠ ਕੁਝ ਕੁ ਲੋਕ ਪੜ੍ਹ ਗਏ, ਜਿਸ ਤਰੀਕੇ ਦੇ ਨਾਲ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਪਲਾਜ਼ਮਾ ਬੈਂਕ ਦੇ ਬੜੇ ਵਧੀਆ ਨਤੀਜੇ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਕਿ 700 ਤੋਂ ਵੱਧ ਲੋਕ ਆ ਜਿਹੜੇ ਉਹ ਪਲਾਜ਼ਮਾ ਥੈਰੇਪੀ ਦੇ ਕਰਕੇ ਤੰਦਰੁਸਤ ਹੋਏ ਆ। ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਮੇਂ ਦੇ ਉੱਤੇ ਆਪਾਂ ਜਾਣਦੇ ਹਾਂ ਕਿ ਗਲਤ ਨੀਤੀਆਂ, ਮਾੜੀ ਸਿਹਤ ਢਾਂਚੇ ਦੇ ਕਰਕੇ ਬਹੁਤ ਸਾਰੇ ਮੁੱਦੇ ਚੁੱਕੇ ਆ। ਲੰਘੇ ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਕੁਲਤਾਰ ਸਿੰਘ ਸੰਧਵਾਂ ਤੇ ਹਰਪਾਲ ਸਿੰਘ ਚੀਮਾ ਨੇ PPE ਕਿੱਟਾਂ ਪਹਿਨ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦਾ ਦੌਰਾ ਕੀਤਾ। ਜਿਹੜਾ ਉੱਥੇ ਕਰੋਨਾ ਸੈਂਟਰ ਬਣਾਇਆ ਗਿਆ ਉਹਦੇ ਵਿੱਚ ਜਾ ਕੇ ਉਹਨਾਂ ਨੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਮਰੀਜ਼ਾਂ ਨੇ ਉਹਨਾਂ ਦੇ ਕੋਲੇ ਦੁੱਖੜਿਆਂ ਦੀਆਂ ਪੰਡਾਂ ਫਰੋਲੀਆਂ। ਇਹ ਗੱਲ ਕਹੀ ਹੈ ਜੀ ਕਿ ਸਾਨੂੰ ਨਾ ਤਾਂ ਇੱਥੇ ਕੋਈ ਪੀਣ ਵਾਲਾ ਪਾਣੀ ਚੰਗਾ ਮਿਲਦਾ, ਨਾ ਇੱਥੇ ਰੋਟੀ ਟੁੱਕ ਦਾ ਪ੍ਰਬੰਧ ਹੈ, ਨਾ ਇੱਥੇ ਚੰਗੇ ਪੱਖੇ ਦਾ ਜਾਂ ਪਖਾਨੇ ਦਾ ਪ੍ਰਬੰਧ ਹੈ। ਅਸੀਂ ਇੱਥੇ ਫਸ ਗਏ ਹਾਂ। ਡਾਕਟਰ ਕੋਈ ਆਉਂਦਾ ਨਹੀਂ ਗਾ, ਨਰਸਾਂ ਇੱਕ ਵਾਰ ਗੇੜਾ ਮਾਰਦੀਆਂ, ਬਾਅਦ ਦੇ ਵਿੱਚ ਸਾਡਾ ਕੋਈ ਦੁੱਖ ਸੁੱਖ ਸੁਣਨ ਵਾਲਾ ਹੈ ਨਹੀਂ। ਅਸੀਂ ਇੱਥੇ ਖੁਦ ਨੂੰ ਵਿਚਾਰੇ ਤੇ ਬੇਗਾਨੇ ਮਹਿਸੂਸ ਕਰ ਰਹੇ ਹਾਂ। ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੁੱਦੇ ਚੁੱਕੇ ਜਾ ਰਹੇ ਆ ਪੰਜਾਬ ਦੇ ਵਿੱਚ, ਇਹ ਚੁੱਕਣੇ ਵੀ ਬਣਦੇ ਆ, ਹੋਰ ਤੇਜ਼ ਰਫ਼ਤਾਰ ਨਾਲ ਚੁੱਕਣੇ ਬਣਦੇ ਆ। ਇੱਕ ਗੱਲ ਹੋਰ ਹੈ ਕਿ ਕੁਰਸੀ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਪੈਣਾ ਚਾਹੀਦਾ। ਯਾਨੀ ਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣ ਦੇ ਚੱਕਰ ਦੇ ਵਿੱਚ ਇਸ ਵਕਤ ਨਹੀਂ ਆਉਣਾ ਚਾਹੀਦਾ। ਸਿਰਫ ਤੇ ਸਿਰਫ ਇਸ ਵਕਤ ਪੰਜਾਬ ਦੇ ਮੁੱਦੇ ਚੁੱਕ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੰਘੀ ਵਾਰ ਆਪਾਂ ਜਾਣਦੇ ਕਿ ਕਈ ਵਾਰ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ, ਨਵਿਆਂ ਤੋਂ ਵੀ ਹੁੰਦੀਆਂ, ਜਿਹਦੇ ਕਰਕੇ ਚੰਗੇ ਤੋਂ ਉਲਟ ਨਤੀਜੇ ਆਏ। ਪਰ ਜੇਕਰ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਾ ਸ਼ੁਰੂ ਕਰੇ ਤਾਂ ਹੋ ਸਕਦਾ ਕਿ ਪੰਜਾਬ ਦੇ ਲੋਕ ਇੱਕ ਵਾਰ ਫਿਰ ਜੁੜਨ ਦੀ ਕੋਸ਼ਿਸ਼ ਕਰ ਲੈਣ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਕੋ ਸੂਬਾ ਭਾਰਤ ਦਾ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਤੇ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਜਿਸ ਤਰੀਕੇ ਨਾਲ ਪਲਾਜ਼ਮਾ ਥੈਰੇਪੀ ਦੀ ਗੱਲ ਕਰਗੇ, ਜਿਸ ਤਰੀਕੇ ਨਾਲ ਆਟੋ ਚਾਲਕਾਂ ਦੀ ਮਦਦ ਕੀਤੀ ਗਈ ਹੈ ਕੋਰੋਨਾ ਦੇ ਇਸ ਕਹਿਰ ਦੇ ਵਿੱਚ, ਤੇ ਜਿਸ ਤਰੀਕੇ ਨਾਲ ਡੀਜ਼ਲ ਦੇ ਉੱਤੇ ਵੈਟ ਘਟਾ ਦਿੱਤਾ ਗਿਆ, 8 ਰੁਪਏ 36 ਪੈਸੇ ਲੀਟਰ ਜਿਹੜਾ ਉਹ ਸਸਤਾ ਕਰ ਦਿੱਤਾ ਡੀਜ਼ਲ। ਹਾਲਾਂਕਿ ਕਰੋਨਾ ਦੇ ਕਰਕੇ ਇਹ ਰੇਟ ਵਧਾਇਆ ਸੀ ਪਰ ਘਟਾ ਵੀ ਦਿੱਤਾ ਗਿਆ। ਬਾਕੀ ਸੂਬਿਆਂ ਦੇ ਵਿੱਚ ਵਧਾ ਕੇ ਘਟਾਉਣ ਵਾਲਾ ਰਿਵਾਜ ਹਾਲੇ ਤੱਕ ਬਣਿਆ ਨਹੀਂ। ਸੋ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਉਂਦੇ ਸਮੇਂ ਦੇ ਵਿੱਚ ਕਿਹੋ ਜਿਹਾ ਚਮਤਕਾਰ ਪੇਸ਼ ਕਰ ਸਕੂ ਇਹ ਤਾਂ ਵਕਤ ਬਿਆਨ ਕਰੂ। ਪਰ ਜਿਹੜੀ ਗੱਲ ਅੱਜ ਭਗਵੰਤ ਮਾਨ ਨੇ 2 ਯੂਨੀਵਰਸਿਟੀਆਂ ਦੀ ਚੁੱਕੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਢਾਂਚਾ ਇਹਦਾ ਹਾਲ ਵੀ ਬਠਿੰਡੇ ਦੇ ਥਰਮਲ ਪਲਾਂਟ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਇੱਕ ਪਾਸੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਫੰਡਾਂ ਦੀ ਘਾਟ ਹੈ, ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਆਰਥਿਕਤਾ ਦੀ ਮਾਰ ਪੈ ਰਹੀ ਹੈ। ਇਹਨਾਂ ਦੋਹਾਂ ਯੂਨੀਵਰਸਿਟੀਆਂ ਨੂੰ ਬਚਾਉਣ ਦੇ ਲਈ ਸੂਬੇ ਦੀ ਸਰਕਾਰ ਦੇ ਵੱਲੋਂ ਕੀਤਾ ਕੁਝ ਨਹੀਂ ਜਾ ਰਿਹਾ। ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਵੱਡਾ ਪੰਗਾ ਪੈ ਸਕਦਾ। ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਹੌਲੀ ਸੂਬੇ ਦੀ ਸਰਕਾਰ ਨੇ ਇਹ ਸਾਬਤ ਕਰਨਾ ਕਿ ਇਹਨਾਂ ਦੋਹਾਂ ਯੂਨੀਵਰਸਿਟੀਆਂ ਨੂੰ ਚਲਾਉਣ ਦੇ ਵਿੱਚ ਬਹੁਤ ਵੱਡੀ ਮੁਸ਼ਕਿਲ ਆ ਰਹੀ ਹੈ। ਇਹ ਬਿਲਕੁਲ ਬਠਿੰਡੇ ਦੇ ਥਰਮਲ ਪਲਾਂਟ ਦੇ ਵਾਂਗੂ ਚਿੱਟੇ ਹਾਥੀ ਬਣ ਕੇ ਰਹਿ ਗਈਆਂ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਇਸ ਵਕਤ ਯੂਨੀਵਰਸਿਟੀਆਂ ਕਾਲਜਾਂ ਦਾ ਸੰਭਾਲ ਨਹੀਂ ਕਰ ਸਕਦੇ, ਇਸ ਵਕਤ ਸਕੂਲਾਂ ਦੀ ਸੰਭਾਲ ਨਹੀਂ ਕਰ ਸਕਦੇ, ਤਾਂ ਫਿਰ ਕਿਹੜੀਆਂ ਸਰਕਾਰਾਂ ਤੇ ਕਿਹੜਾ ਸਿੱਖਿਆ ਢਾਂਚਾ, ਆਪਾਂ ਕਿਹੜੇ ਕੰਮ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਲਾਜ਼ਮਾ ਬੈਂਕ ਖੋਲ੍ਹਣ ਦੀ ਨਿੱਜੀ ਪਹਿਲ ਹੁਣ ਕੋਰੋਨਾ ਦੇ ਗੰਭੀਰ ਮਰੀਜ਼ਾਂ ਵਾਸਤੇ ਸੰਜੀਵਨੀ ਬਣ ਗਈ ਹੈ। ਦਿੱਲੀ ਸਰਕਾਰ ਦੇ ਵੱਲੋਂ ਕੋਵਿਡ-19 ਦਾ ਮੁਕਾਬਲਾ ਕਰਨ ਦੇ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦੇ ਨਾਲ ਪਲਾਜ਼ਮਾ ਥੈਰੇਪੀ ਦਿੱਲੀ NCR ਦੇ ਵਿੱਚ ਗੰਭੀਰ ਰੂਪ ਦੇ ਵਿੱਚ ਬਿਮਾਰ ਕੋਰੋਨਾ ਮਰੀਜ਼ਾਂ ਦੇ ਜਲਦੀ ਠੀਕ ਹੋਣ ਦੇ ਵਿੱਚ ਮਦਦਗਾਰ ਸਾਬਤ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹਿਲ ਦੇ ਉੱਤੇ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ 2 ਜੁਲਾਈ ਨੂੰ ILBS ਹਸਪਤਾਲ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਟੀਚਾ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਮੁਫਤ ਦੇ ਵਿੱਚ ਉੱਚ ਗੁਣਵੱਤਾ ਦਾ ਪਲਾਜ਼ਮਾ ਪ੍ਰਦਾਨ ਕਰਨਾ ਸੀ। ਇਸ ਤੋਂ ਬਾਅਦ ਦਿੱਲੀ ਦੇ LNJP ਹਸਪਤਾਲ ਦੇ ਵਿੱਚ ਇੱਕ ਹੋਰ ਪਲਾਜ਼ਮਾ ਬੈਂਕ ਸ਼ੁਰੂ ਕੀਤਾ ਗਿਆ। ਹੁਣ ਤੱਕ ਦਿੱਲੀ ਦੇ ਵਿੱਚ 710 ਲੋਕਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਗਿਆ, ਜਿਸ ਦੇ ਨਾਲ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕਿਆ। ਹੁਣ ਤੱਕ 921 ਲੋਕ ਪਲਾਜ਼ਮਾ ਦਾਨ ਕਰ ਚੁੱਕੇ ਨੇ। ਦਿੱਲੀ ਮਾਡਲ ਦਾ ਇਹ ਸਿਸਟਮ ਕੋਵਿਡ ਇਲਾਜ ਪ੍ਰਤੀਕਿਰਿਆ ਦੇ ਵਿੱਚ ਇੱਕ ਮਹੱਤਵਪੂਰਨ ਤੱਤ ਰਿਹਾ ਤੇ ਹੁਣ ਦੇਸ਼ ਦੇ ਹੋਰ ਸੂਬਿਆਂ ਦੇ ਵੱਲੋਂ ਵੀ ਅਪਣਾਇਆ ਜਾ ਰਿਹਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ILBS ਤੇ LNJP ਹਸਪਤਾਲ ਦੇ ਵਿੱਚ ਸਥਾਪਿਤ ਪਲਾਜ਼ਮਾ ਬੈਂਕ ਤੋਂ ਦਿੱਲੀ ਸਰਕਾਰ, ਕੇਂਦਰ ਸਰਕਾਰ ਤੇ MCD ਹਸਪਤਾਲਾਂ ਤੋਂ ਇਲਾਵਾ ਸਾਰੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਮੁਫਤ ਪਲਾਜ਼ਮਾ ਉਪਲਬਧ ਕਰਵਾਇਆ ਜਾ ਰਿਹਾ। ਅੱਜ ਦੀ ਤਰੀਕ ਤੱਕ ILBS ਤੇ LNJP ਦੇ ਪਲਾਜ਼ਮਾ ਬੈਂਕ ਤੋਂ 710 ਯੂਨਿਟ ਪਲਾਜ਼ਮਾ ਦਿੱਲੀ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਮੁਫਤ ਦੇ ਵਿੱਚ ਦਿੱਤਾ ਜਾ ਚੁੱਕਿਆ। ਕੇਜਰੀਵਾਲ ਨੇ ਕਿਹਾ ਕਿ ਦੁਨੀਆ ਦੇ ਸਾਰੇ ਮਾਹਰਾਂ ਦਾ ਮੰਨਣਾ ਸੀ ਕਿ ਪਲਾਜ਼ਮਾ ਦੇ ਨਾਲ ਕੋਰੋਨਾ ਦੇ ਗੰਭੀਰ ਮਰੀਜ਼ਾਂ ਦਾ ਪ੍ਰਭਾਵਸ਼ਾਲੀ ਇਲਾਜ ਹੋ ਸਕਦਾ ਹੈ, ਜਿਸ ਤੋਂ ਬਾਅਦ ਦਿੱਲੀ ਦੀ ਸਰਕਾਰ ਨੇ ਕੇਂਦਰ ਤੋਂ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਮੰਗੀ। ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਸ਼ੁਰੂ ਹੋਇਆ। ਨਤੀਜੇ ਬਿਹਤਰ ਆਏ, ਜਿਸ ਤੋਂ ਬਾਅਦ ਵਿਸਤਾਰ ਕੀਤਾ ਗਿਆ ਤੇ ਆਮ ਜਨਤਾ ਨੂੰ ਪਲਾਜ਼ਮਾ ਮਿਲਣ ਦੇ ਵਿੱਚ ਮੁਸ਼ਕਲ ਹੋ ਰਹੀ ਸੀ, ਜਿਸ ਨੂੰ ਆਸਾਨ ਕਰਨ ਦੇ ਲਈ ਪਲਾਜ਼ਮਾ ਬੈਂਕ ਸਥਾਪਿਤ ਕੀਤੀ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ WHO ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜੋ ਪਲਾਜ਼ਮਾ ਥੈਰੇਪੀ ਹੈ ਇਹ ਇੱਕ ਤਜਰਬੇ ਦੇ ਤੌਰ ਦੇ ਉੱਤੇ ਤਾਂ ਇਲਾਜ ਦੇ ਲਈ ਅਜ਼ਮਾਈ ਜਾ ਸਕਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਕੋਈ ਪ੍ਰਮਾਣਿਕ ਇਲਾਜ ਹੈਗਾ। ਅੱਜ ਵੀ ਉਹਨਾਂ ਦਾ ਇਹ ਕਹਿਣਾ, ਪਰ ਭਾਰਤ ਦੇ ਵਿੱਚ ਇਹਦੇ ਨਤੀਜੇ ਸੋਹਣੇ ਆਏ ਆ ਬਹੁਤੀਆਂ ਥਾਵਾਂ ਦੇ ਉੱਤੇ। ਇਸ ਕਰਕੇ ਪੰਜਾਬ ਦੇ ਵਿੱਚ ਵੀ ਪਲਾਜ਼ਮਾ ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਜੋ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ACP ਸਾਹਿਬ ਦੀ ਕੋਰੋਨਾ ਦੇ ਕਰਕੇ ਮੌਤ ਹੋਈ ਸੀ, ਜਾਣਕਾਰੀ ਇਹ ਵੀ ਪ੍ਰਾਪਤ ਹੋਈ ਸੀ ਕਿ ਉਹਨਾਂ ਦੀ ਪਲਾਜ਼ਮਾ ਥੈਰੇਪੀ ਦੇ ਰਾਹੀਂ ਤੰਦਰੁਸਤੀ ਦੀ ਕੋਸ਼ਿਸ਼ ਕੀਤੀ ਜਾਣੀ ਹੈ, ਪਰ ਉਸ ਤੋਂ ਪਹਿਲਾਂ ਉਹਨਾਂ ਦੀ ਮੌਤ ਹੋ ਗਈ, ਜਿਹਦਾ ਦੁੱਖ ਹੋਇਆ। ਸ਼ਾਇਦ ਉਹ ਵੀ ਪਲਾਜ਼ਮਾ ਥੈਰੇਪੀ ਦੇ ਨਾਲ ਬਚਾਏ ਜਾ ਸਕਦੇ ਸੀ ਜੇਕਰ ਵੇਲੇ ਸਿਰ ਢੁਕਵੇਂ ਤਰੀਕੇ ਦੇ ਨਾਲ ਇਹ ਪ੍ਰਕਿਰਿਆ ਅਪਣਾਈ ਜਾਂਦੀ ਤਾਂ। ਉਸ ਤੋਂ ਅਗਲੀ ਗੱਲ ਇਹ ਹੈ ਕਿ ਹੁਣ ਜਦੋਂ ਦਿੱਲੀ ਦੀ ਸਰਕਾਰ ਦੇ ਵੱਲੋਂ ਲੇਖਾ ਜੋਖਾ ਪੇਸ਼ ਕੀਤਾ ਗਿਆ ਕਿ ਅਸੀਂ ਆਹ ਕੁਝ ਕੀਤਾ, ਪਲਾਜ਼ਮਾ ਦੇ ਨਾਲ ਆਹ ਨਤੀਜੇ ਆਏ ਆ, ਤਾਂ ਇਹਦਾ ਪ੍ਰਭਾਵ ਬਾਕੀ ਵੱਖ-ਵੱਖ ਸੂਬਿਆਂ ਦੇ ਉੱਤੇ ਕੀ ਪੈਂਦਾ ਇਹ ਵਕਤ ਦੱਸੂਗਾ। ਪਰ ਇਹ ਗੱਲ ਪੰਜਾਬ ਦੀ ਰਾਜਨੀਤੀ ਦੇ ਨਾਲ ਜੇਕਰ ਜੋੜ ਕੇ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਇਸ ਗੱਲ ਦੇ ਉੱਤੇ ਰਾਜਨੀਤੀ ਬੜੇ ਵੱਡੇ ਪੱਧਰ ਤੇ ਸ਼ੁਰੂ ਹੋਈ ਸੀ, ਕਿਉਂਕਿ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ ਕਿ ਨਿੱਜੀ ਹਸਪਤਾਲਾਂ ਨੂੰ ਪਲਾਜ਼ਮਾ ਜਿਹੜਾ ਉਹ 20,000 ਰੁਪਏ ਦੇ ਵਿੱਚ ਵੇਚਿਆ ਜਾ ਸਕਦਾ ਹੈ। ਉਸ ਵਕਤ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਿਆ ਸੀ ਵੀ ਖੂਨ ਪੀਂਦੀਆਂ ਸਰਕਾਰਾਂ ਤਾਂ ਸੁਣੀਆਂ, ਖੂਨ ਵੇਚਦੀਆਂ ਸਰਕਾਰਾਂ ਪਹਿਲੀ ਵਾਰ ਦੇਖੀਆਂ, ਜਾਂ ਅਸੀਂ ਇਹੋ ਜਿਹੇ ਫੈਸਲੇ ਕਰਦੀਆਂ ਸੁਣੀਆਂ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਕਿ ਪਲਾਜ਼ਮਾ ਵੱਧ ਤੋਂ ਵੱਧ ਦਾਨ ਕਰੋ ਤੇ ਪਲਾਜ਼ਮਾ ਵੇਚਿਆ ਨਹੀਂ ਜਾਊਗਾ, ਸਗੋਂ ਪਲਾਜ਼ਮਾ ਜਿਹੜੇ ਰੂਪ ਦੇ ਵਿੱਚ ਲਿਆ ਗਿਆ ਉਸੇ ਰੂਪ ਦੇ ਵਿੱਚ ਦਿੱਤਾ ਜਾਊਗਾ, ਯਾਨੀ ਕਿ ਮੁਫਤ ਦੇ ਵਿੱਚ ਪਲਾਜ਼ਮਾ ਜਿਹੜਾ ਉਹ ਮੁਹੱਈਆ ਕਰਵਾਇਆ ਜਾਊਗਾ ਜੇਕਰ ਇਹਦੀ ਵਰਤੋਂ ਕਰਨੀ ਹੋਵੇ ਤਾਂ। ਪਰ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਵੀ ਲੋਕ ਤੰਦਰੁਸਤ ਹੁੰਦੇ ਆ, ਜਿਹੜੇ ਕਿ ਕਰੋਨਾ ਪੀੜਤ ਤੰਦਰੁਸਤੀ ਦਾ ਪਾਠ ਪੜ੍ਹ ਗਏ, ਉਹਨਾਂ ਦੇ ਸਰੀਰ ਦੇ ਵਿੱਚ ਐਂਟੀਬਾਡੀ ਸੈੱਲ ਬਣ ਜਾਂਦੇ ਆ। ਇਹ ਐਂਟੀਬਾਡੀ ਸੈੱਲ ਆ ਜਿਹੜੇ ਜਦੋਂ ਕਿਸੇ ਪੀੜਤ ਨਵੇਂ ਮਰੀਜ਼ ਦੇ ਸਰੀਰ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਛੇਤੀ ਤੰਦਰੁਸਤੀ ਬਖਸ਼ਦੇ ਆ। ਇਸ ਕਰਕੇ ਜਿਹੜੇ ਲੋਕ ਪੀੜਤ ਹੋ ਕੇ ਉੱਭਰੇ ਆ ਇਸ ਬਿਮਾਰੀ ਦੇ ਵਿੱਚੋਂ, ਇਸ ਮਸਲੇ ਦੇ ਵਿੱਚੋਂ, ਉਹਨਾਂ ਨੂੰ ਵੱਧ ਤੋਂ ਵੱਧ ਪਲਾਜ਼ਮਾ ਦਾਨ ਕਰਨਾ ਚਾਹੀਦਾ। ਇਹਦੇ ਵਿੱਚ ਕੋਈ ਵਹਿਮ ਭਰਮ ਨਹੀਂ ਕਰਨਾ ਚਾਹੀਦਾ। ਪਰ ਜੇਕਰ ਗੱਲ ਕਰੀਏ ਭਗਵੰਤ ਮਾਨ ਹੋਰਾਂ ਦੀ, ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ, ਜਿਸ ਤਰੀਕੇ ਦੇ ਨਾਲ ਸੂਬੇ ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਹੈ, ਇਹ ਲੱਗਦਾ ਕਿ ਇਸ ਵਕਤ ਆਮ ਆਦਮੀ ਪਾਰਟੀ ਆਪਣੇ ਲਈ ਮੈਦਾਨ ਤਿਆਰ ਕਰ ਰਹੀ ਹੈ ਤਾਂ ਜੋ 1.5 ਸਾਲ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਲਈ ਮੈਦਾਨ ਪੱਧਰਾ ਕੀਤਾ ਜਾ ਸਕੇ, ਉਹਦੇ ਲਈ ਇੱਕ ਬੇਸ ਬਣਾਇਆ ਜਾ ਸਕੇ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਖੇਤੀ ਆਰਡੀਨੈਂਸਾਂ ਦੇ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਸੱਤਾਧਾਰੀ ਧਿਰ ਦੇ ਨੇਤਾਵਾਂ ਨੂੰ ਜਾਂ ਅਕਾਲੀ ਦਲ ਦੇ ਆਗੂਆਂ ਨੂੰ ਘੇਰਿਆ ਜਾ ਰਿਹਾ, ਉਹਦੇ ਨਾਲ ਵੀ ਕਿਸਾਨ ਭਾਈਚਾਰੇ ਦੇ ਮਨ ਦੇ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਹੋਣਗੀਆਂ? ਕੀ ਆਮ ਆਦਮੀ ਪਾਰਟੀ ਪਿਛਲੀ ਵਾਰ ਦੇ ਮੁਕਾਬਲਤਨ ਵੱਧ ਸੀਟਾਂ ਲੈ ਸਕੇਗੀ 1.5 ਸਾਲ ਬਾਅਦ? ਕੀ ਆਮ ਆਦਮੀ ਪਾਰਟੀ ਐਤਕੀ ਮੁੱਖ ਮੰਤਰੀ ਦੇ ਅਹੁਦੇ ਦੀ ਖਿੱਚ ਦੇ ਵਿੱਚ ਤਾਂ ਨਹੀਂ ਪਊ, ਕਿਉਂਕਿ ਪਿਛਲੀ ਵਾਰ ਕੋਈ ਚਿਹਰਾ ਐਲਾਨਿਆ ਹੀ ਨਹੀਂ ਸੀ, ਤੇ ਐਤਕੀ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸਿਰ ਦੇ ਉੱਤੇ ਚੋਣ ਲੜੂਗੀ?
ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ। ਪਰ ਕਦੇ ਕਦਾਈ ਉੜਦੀਆਂ ਖਬਰਾਂ ਇਹ ਆਉਂਦੀਆਂ ਕਿ ਨਵਜੋਤ ਸਿੰਘ ਸਿੱਧੂ ਆਪ ਦੇ ਵੱਲ ਜਾ ਸਕਦੇ ਆ, ਕਦੇ ਖਬਰ ਇਹ ਆਉਂਦੀ ਹੈ ਕਿ ਫਲਾਣਾ ਨੇਤਾ ਜਾ ਸਕਦਾ। ਹਾਲ ਦੀ ਘੜੀ ਇਹ ਸਿਰਫ ਤੇ ਸਿਰਫ ਹਵਾ ਦੇ ਵਿੱਚ ਡਾਂਗਾਂ ਵਾਲੀ ਗੱਲ ਹੈ। ਹਾਲ ਦੀ ਘੜੀ ਸਿਰਫ ਤੇ ਸਿਰਫ ਇਹ ਇੱਕ ਅੰਦਾਜ਼ਾ ਨਾਲ ਬਾਜ਼ਾਰ ਗਰਮ ਹੁੰਦਾ ਹੈ। ਫਿਲਹਾਲ ਆਮ ਆਦਮੀ ਪਾਰਟੀ ਦੀ ਵਾਗਡੋਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਹੱਥ ਦੇ ਵਿੱਚ ਹੈ। ਭਗਵੰਤ ਮਾਨ ਭਵਿੱਖ ਦੇ ਵਿੱਚ ਕੀ ਚਮਤਕਾਰ ਪੇਸ਼ ਕਰਨਗੇ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਸਰਗਰਮ ਸੱਚੀ ਮੁੱਚੀ ਹੋ ਜੇ ਤੇ ਸਾਰੇ ਗਿਲੇ ਸ਼ਿਕਵੇ ਪਰੇ ਕਰਕੇ ਤੇ ਸਾਰੇ ਧੜੇ ਆ ਜਿਹੜੇ ਉਹ ਇੱਕ ਮੰਚ ਦੇ ਉੱਤੇ ਆ ਜਾਣ, ਤਾਂ ਇਹ ਗੱਲ ਪੱਕੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਸ਼ਾਇਦ ਮੁੱਦਿਆਂ ਆਧਾਰਿਤ ਗੱਲ ਕਰਦੇ ਆ ਪੰਜਾਬ ਦੇ ਵਿੱਚ ਰਾਜਨੀਤਿਕ ਦਿਲਚਸਪੀ ਵੀ ਵਧੇ ਤੇ ਸੱਤਾਧਾਰੀ ਧਿਰ ਹੈ ਜਿਹੜੀ ਉਹਦੇ ਮੂਹਰੇ ਵੀ ਚੁਣੌਤੀਆਂ ਦਾ ਪਹਾੜ ਖੜਾ ਹੋਵੇ। ਅੱਜ ਰਾਜ ਸਭਾ ਦੇ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਮੁੱਛਲ ਪਿੰਡ ਦੇ ਵਿੱਚ ਗਏ। ਇੱਥੇ ਉਹਨਾਂ ਨੇ ਜ਼ਹਿਰੀਲੀ ਦਾਰੂ ਪੀ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਬੰਬ ਵਾਂਗੂ ਉਹ ਫਟੇ ਆ। ਸ਼ਮਸ਼ੇਰ ਸਿੰਘ ਦੂਲੋਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਆਪਣੀ ਸਰਕਾਰ ਨਿਕੰਮੀ ਸਾਬਤ ਹੋਈ ਹੈ। ਸਾਡੀ ਆਪਣੀ ਸਰਕਾਰ ਨੇ ਜ਼ਹਿਰੀਲੀ ਦਾਰੂ ਦੇ ਮਾਮਲੇ ਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ। ਪਿਛਲੀ ਸਰਕਾਰ ਦੇ ਮੌਕੇ ਵੀ ਨਸ਼ੇ ਪੱਤੇ ਬਹੁਤ ਵਿਕਦੇ ਸੀ, ਸਾਡੀ ਇਸ ਸਰਕਾਰ ਦੇ ਮੌਕੇ ਵੀ ਬਹੁਤ ਵਿਕਦੇ ਆ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਮਹਿਲਾਂ ਦੇ ਵਿੱਚੋਂ ਨਿਕਲ ਕੇ ਸਿਸਵਾ ਫਾਰਮ ਹਾਊਸ ਦੇ ਵਿੱਚੋਂ ਨਿਕਲ ਕੇ ਵਾਪਸ ਨਹੀਂ ਸੀ ਆਉਣਾ, ਤਰਨ ਤਾਰਨ ਦੇ ਵਿੱਚ ਲੋਕਾਂ ਦੇ ਮੱਥੇ ਨਹੀਂ ਸੀ ਲੱਗਣਾ। ਉਹ ਤਾਂ ਅਸੀਂ ਯਾਨੀ ਕਿ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੁੱਕਿਆ, ਇਹਦੇ ਕਰਕੇ ਉਹ ਇੱਥੇ ਆ ਗਏ। ਨਾਲ ਦੀ ਨਾਲ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਪਟਨ ਸਾਹਿਬ ਕਹਿ ਕੇ ਗਏ ਆ ਕਿ ਜੀ ਅਸੀਂ ਮੁਆਵਜ਼ਾ ਰਾਸ਼ੀ ਦੇ ਵਿੱਚ ਵਾਧਾ ਕਰਨ ਲੱਗੇ ਆ, ਜਿਹੜਾ ਮਿਲ ਗਿਆ ਭਾਈ ਉਹ ਠੀਕ ਆ, ਪਤਾ ਨਹੀਂ ਨਵਾਂ ਮਿਲਣਾ ਕਿ ਨਹੀਂ ਮਿਲਣਾ। ਯਾਨੀ ਕਿ ਉਹਨਾਂ ਨੇ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ। ਇਹਦੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਹਾਈ ਕਮਾਨ ਦੇ ਕੋਲੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ, ਅਸੀਂ ਤਾਂ ਪੰਜਾਬ ਦਾ ਮੁੱਦਾ ਚੁੱਕਿਆ। ਅਸੀਂ ਇਹ ਥੋੜ੍ਹੀ ਕਿਹਾ ਵੀ ਸਾਨੂੰ ਫਲਾਣਾ ਅਹੁਦਾ ਦੇ ਦਿਓ, ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਨੂੰ ਉਹ ਚੀਜ਼ ਚਾਹੀਦੀ ਹੈ। ਜੇ ਪੰਜਾਬ ਦੇ ਲੋਕਾਂ ਨੂੰ ਇਹ ਜਾਪਦਾ ਕਿ ਭਾਈ ਨਸ਼ਾ ਪੱਤਾ ਪੰਜਾਬ ਦੇ ਵਿੱਚ ਹੈ ਨਹੀਂਗਾ ਤੇ ਫਿਰ ਠੀਕ ਆ ਜੀ, ਅਸੀਂ ਗਲਤ ਆ। ਇਹੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਨੇਤਾਵਾਂ ਨੂੰ ਇਹ ਗੱਲ ਜਾਪਦੀ ਹੈ ਕਿ ਨਸ਼ਾ ਪੱਤਾ ਪੰਜਾਬ 'ਚ ਹੈ ਕੋਈ ਨਹੀਂ, ਜ਼ਹਿਰੀਲੀ ਦਾਰੂ ਕਰਕੇ ਮਰਦਾ ਕੋਈ ਨਹੀਂ ਤੇ ਅਸੀਂ ਝੂਠ ਬੋਲ ਰਹੇ ਹਾਂ, ਤੇ ਫਿਰ ਠੀਕ ਆ, ਫਿਰ ਸਾਨੂੰ ਗਲਤ ਮੰਨਿਆ ਜਾਵੇ। ਪਰ ਜੇਕਰ ਇਹ ਮੁੱਦੇ ਸੱਚੀ ਮੁੱਚੀ ਪੰਜਾਬ ਦੇ ਵਿੱਚ ਬਹੁਤ ਵੱਡੇ ਆ ਤੇ ਸਾਡੇ ਵੱਲੋਂ ਬੋਲੇ ਗਏ ਸੱਚ ਦੇ ਕਰਕੇ ਸਾਡੇ ਉੱਤੇ ਕਾਰਵਾਈ ਹੁੰਦੀ ਹੈ, ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਇਸ ਵਕਤ ਚਿੰਤਨ ਕਰਨ ਦੀ ਜ਼ਰੂਰਤ ਹੈ। ਸ਼ਮਸ਼ੇਰ ਸਿੰਘ ਦੂਲੋ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਕੁੱਲ ਨੇਤਾ ਇਹਦੇ ਵਿੱਚੋਂ 70% ਵੱਖ-ਵੱਖ ਪਾਰਟੀਆਂ ਦੇ ਵਿੱਚ ਘੁੰਮ ਕੇ ਆਏ ਆ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਲੋਕ ਹੁਣ ਤੱਕ ਖਾਲਿਸਤਾਨ ਦੀਆਂ ਜੇਲ੍ਹਾਂ ਕੱਟ ਕੇ ਆਏ ਆ, ਖਾਲਿਸਤਾਨ ਦਾ ਨਾਂ ਲੈਣ ਦੇ ਕਰਕੇ ਜੇਲ੍ਹਾਂ ਕੱਟ ਕੇ ਆਏ ਆ, ਉਹਨਾਂ ਦੇ ਵਿੱਚੋਂ ਕਈ ਇਸ ਵਕਤ ਕਾਂਗਰਸ ਦੇ ਵਿੱਚ MLA ਵੀ ਬਣੇ ਬੈਠੇ ਆ, ਵੱਖ-ਵੱਖ ਪਾਰਟੀਆਂ ਦੇ ਵਿੱਚ ਵੀ ਆ। ਸੋ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਪ੍ਰਤਾਪ ਸਿੰਘ ਬਾਜਵਾ ਨੇ DGP ਦਿਨਕਰ ਗੁਪਤਾ ਨੂੰ ਕਿਹੜੀ ਚਿੱਠੀ ਲਿਖੀ ਹੈ ਤੇ ਬਾਅਦ ਦੇ ਵਿੱਚ ਕਰਾਂਗੇ ਟਿੱਪਣੀ। ਪੰਜਾਬ ਪੁਲਿਸ ਦੇ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਬਾਅਦ ਬਾਜਵਾ ਨੇ ਪੰਜਾਬ ਦੇ DGP ਦਿਨਕਰ ਗੁਪਤਾ ਨੂੰ ਚਿੱਠੀ ਲਿਖ ਕੇ ਸੂਬੇ ਦੇ ਪੁਲਿਸ ਮੁਖੀ ਦੇ ਅਸਲ ਫਰਜ਼ ਚੇਤੇ ਕਰਵਾਏ ਨੇ। ਇਹਦੇ ਨਾਲ ਹੀ ਬਾਜਵਾ ਨੇ ਪੁਲਿਸ ਦੇ ਵੱਲੋਂ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਸੂਬੇ ਦੇ ਪੁਲਿਸ ਮੁਖੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦਾ ਜਾਂ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਨੁਕਸਾਨ ਹੋਇਆ ਤਾਂ ਇਸ ਲਈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ DGP ਦਿਨਕਰ ਗੁਪਤਾ ਹੀ ਜ਼ਿੰਮੇਵਾਰ ਹੋਵੇਗਾ। ਇਸ ਪੱਤਰ ਦੇ ਵਿੱਚ ਬਾਜਵਾ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਇਹ ਪੱਤਰ ਆਪਣੀ ਸੁਰੱਖਿਆ ਵਾਪਸ ਲੈਣ ਵਾਸਤੇ ਨਹੀਂ ਲਿਖ ਰਹੇ, ਸਗੋਂ ਉਹ DGP ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਨੇ ਸੂਬੇ ਦੇ ਇੱਕ IPS ਅਫਸਰ ਤੇ ਪੁਲਿਸ ਮੁਖੀ ਹੋਣ ਵਜੋਂ ਆਪਣੇ ਫਰਜ਼ਾਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਤੇ ਸਰਕਾਰ ਦੇ ਵੱਲੋਂ ਉਹਨਾਂ ਦੀ ਸੁਰੱਖਿਆ ਸਮੀਖਿਆ ਦੀ ਤਿਆਰ ਕਰਵਾਈ ਝੂਠੀ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਰਿਪੋਰਟ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਹੈ। ਬਾਜਵਾ ਨੇ DGP ਨੂੰ ਸਪਸ਼ਟ ਕੀਤਾ ਕਿ ਉਹਨਾਂ ਦੇ ਪਿਤਾ ਸਵਰਗਵਾਸੀ ਸਤਨਾਮ ਸਿੰਘ ਬਾਜਵਾ ਨੇ ਅੱਤਵਾਦ ਵਿਰੋਧੀ ਲੜਾਈ ਦੇ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਤੇ 1990 ਦੇ ਵਿੱਚ ਖੁਦ ਉਹਨਾਂ ਦੇ ਉੱਤੇ ਵੀ ਅੱਤਵਾਦੀ ਹਮਲਾ ਹੋ ਚੁੱਕਿਆ। ਉਹਨਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਪੂਰਾ ਵਿਸ਼ਲੇਸ਼ਣ ਕਰਕੇ ਹੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਹਨਾਂ ਨੂੰ ਵਾਧੂ ਸੁਰੱਖਿਆ ਦਿੱਤੀ ਸੀ, ਜਦ ਕਿ ਜੁਲਾਈ 2019 ਦੌਰਾਨ ਗ੍ਰਹਿ ਵਿਭਾਗ ਨੇ ਕੇਂਦਰੀ ਸੁਰੱਖਿਆ ਵਾਪਸ ਲੈ ਲਈ ਸੀ। ਪਰ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੱਲੋਂ ਲਿਖੇ ਗਏ ਪੱਤਰ ਤੋਂ ਬਾਅਦ ਮਾਰਚ 2020 ਦੇ ਵਿੱਚ ਉਹਨਾਂ ਦੀ ਕੇਂਦਰੀ ਸੁਰੱਖਿਆ ਫਿਰ ਬਹਾਲ ਹੋ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪ੍ਰਤਾਪ ਸਿੰਘ ਬਾਜਵਾ ਦੀ ਸਿਕਿਉਰਿਟੀ ਵਾਪਸ ਲੈ ਲੈਣੀ ਇਹ ਕੋਈ ਇੰਨਾ ਵੱਡਾ ਮੁੱਦਾ ਨਹੀਂ, ਪਰ ਇਹ ਕਿਹੜੇ ਵੇਲੇ ਵਾਪਸ ਲਈ ਗਈ ਹੈ ਇਹ ਮੁੱਦਾ ਜ਼ਰੂਰ ਹੈ। ਕਿਉਂਕਿ ਜੇਕਰ ਇਹ ਸਿਕਿਉਰਿਟੀ ਵਾਪਸ ਲਈ ਜਾਂਦੀ 3 ਮਹੀਨੇ ਬਾਅਦ ਜਾਂ ਇਸ ਤੋਂ ਪਹਿਲਾਂ 3 ਮਹੀਨੇ ਵਾਪਸ ਲੈ ਲਈ ਜਾਂਦੀ ਤਾਂ ਫਿਰ ਤਾਂ ਗੱਲ ਮੰਨੀ ਜਾਂਦੀ ਜੀ ਕਿ ਇਹ ਇੱਕ ਪ੍ਰਕਿਰਿਆ ਦਾ ਹਿੱਸਾ ਤੇ ਇਹ ਸਮੀਖਿਆ ਦੇ ਆਧਾਰ ਦੇ ਉੱਤੇ ਕੀਤਾ ਗਿਆ ਫੈਸਲਾ। ਪਰ ਹੁਣ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ, ਜਦੋਂ ਉਹਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੀ ਕਾਂਗਰਸ ਨੂੰ ਬਚਾਉਣਾ ਤਾਂ ਵੱਡੇ ਫੈਸਲੇ ਲੈਣੇ ਪੈਣਗੇ
ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਵਿੱਚੋਂ ਚੱਲਦਾ ਕੀਤਾ ਜਾਵੇ। ਉਸ ਵਕਤ ਪ੍ਰਤਾਪ ਸਿੰਘ ਬਾਜਵਾ ਦੀ ਸਿਕਿਉਰਿਟੀ ਵਾਪਸ ਜਦੋਂ ਲਈ ਗਈ ਤਾਂ ਇਹਦਾ ਸੰਕੇਤ ਇਹੀ ਜਾਂਦਾ ਕਿ ਭਵਿੱਖ ਦੇ ਵਿੱਚ ਜੇਕਰ ਕੋਈ ਵੀ ਨੇਤਾ ਸੱਤਾਧਾਰੀ ਧਿਰ ਦੇ ਬਾਬਤ ਕੁਝ ਬੋਲੇਗਾ ਤਾਂ ਉਹਦੀ ਸਿਕਿਉਰਿਟੀ ਇੱਦਾਂ ਵੀ ਵਾਪਸ ਲਈ ਜਾ ਸਕਦੀ ਆ, ਉਹਨੂੰ ਸਿਕਿਉਰਿਟੀ ਤੋਂ ਵਾਂਝਾ ਕੀਤਾ ਜਾ ਸਕਦਾ। ਹਾਲਾਂਕਿ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਨੇਤਾਵਾਂ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਕਿ ਸਿਕਿਉਰਿਟੀ ਦੀ ਲੋੜ ਨਾ ਪਵੇ। ਪਰ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦਾ ਮੁੱਦਾ ਸੁਨੀਲ ਜਾਖੜ ਦੇ ਵੱਲੋਂ ਹਾਈਕਮਾਨ ਕੋਲੇ ਪਹੁੰਚਾਇਆ ਗਿਆ ਤੇ ਭਰੋਸੇਯੋਗ ਸੂਤਰ ਇਹ ਵੀ ਦੱਸਦੇ ਆ ਕਿ ਬਾਜਵਾ ਤੇ ਦੂਲੋ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਸੂਬੇ ਦੀ ਸਰਕਾਰ ਦੇ ਖਿਲਾਫ ਬਿਆਨਾਂ ਦੀ ਇੱਕ ਫਾਈਲ ਤੇ ਜਿਹੜੇ ਵੀ ਚੈਨਲਾਂ ਦੇ ਉੱਤੇ ਇੰਟਰਵਿਊ ਦਿੱਤੀ ਆ ਉਹਦੀਆਂ ਫਾਈਲਾਂ ਬਣਾ ਕੇ ਜਾਖੜ ਸਾਹਿਬ ਦੇ ਵੱਲੋਂ ਸੋਨੀਆ ਗਾਂਧੀ ਦੇ ਮੇਜ਼ ਤੱਕ ਅਪੜਦੀਆਂ ਕਰ ਦਿੱਤੀਆਂ ਗਈਆਂ। ਆਉਂਦੇ ਦਿਨਾਂ ਦੇ ਵਿੱਚ ਜਾਖੜ ਨੂੰ ਇਸ ਮਾਮਲੇ ਦੇ ਵਿੱਚ ਕੋਈ ਝਾੜ ਪੈਂਦੀ ਹੈ ਜਾਂ ਇਸ ਮਾਮਲੇ ਦੇ ਉੱਤੇ ਬਾਜਵਾ ਤੇ ਦੂਲੋ ਨੂੰ ਝਾੜਿਆ ਜਾਂਦਾ, ਇਹ ਤਾਂ ਵਕਤ ਬਿਆਨ ਕਰੂਗਾ। ਪਰ ਵਾਰ-ਵਾਰ ਪ੍ਰਤਾਪ ਸਿੰਘ ਬਾਜਵਾ ਹੋਰੀ ਇਹ ਵੀ ਗੱਲ ਕਹਿ ਰਹੇ ਆ ਕਿ ਜੇਕਰ ਜਾਖੜ ਸਾਹਿਬ ਨੂੰ ਇਹ ਲੱਗਦਾ ਕਿ ਭਾਈ ਅਸੀਂ ਗਲਤ ਆ ਤੇ ਉਹ ਸਹੀ ਆ ਤਾਂ ਸਾਡੇ ਨਾਲ ਇਕੱਠੇ ਆਪਾਂ ਚੱਲਦੇ ਹਾਂ ਸੋਨੀਆ ਗਾਂਧੀ ਦੀ ਕੋਠੀ ਦੇ ਵਿੱਚ। ਜੇ ਤਾਂ ਝਾੜ ਪਾ ਕੇ ਸੁਨੀਲ ਜਾਖੜ ਨੂੰ ਸੋਨੀਆ ਗਾਂਧੀ ਨੇ ਤੋੜ ਦਿੱਤਾ ਤਾਂ ਫਿਰ ਉਹ ਕਬੂਲ ਕਰ ਲੈਣ ਕਿ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਹੀਂ, ਤੇ ਜੇਕਰ ਮੈਨੂੰ ਝਾੜ ਪਾ ਕੇ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਜਾਂ ਸ਼ਮਸ਼ੇਰ ਸਿੰਘ ਦੂਲੋ ਨੂੰ ਤੋੜਤਾ ਤਾਂ ਫਿਰ ਅਸੀਂ ਕਹਾਂਗੇ ਵੀ ਸਾਡੇ ਪੱਲੇ ਕੱਖ ਨਹੀਂ। ਸੋ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਹੈ ਉਹ ਬੇਹੱਦ ਸਿਖਰ ਦੇ ਉੱਤੇ ਇਸ ਵਕਤ ਪਹੁੰਚ ਚੁੱਕਿਆ। ਭਾਰਤ ਦੇ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਲੋਕ ਸਾਹਿਤਕ ਮਸ ਰੱਖਦੇ ਆ, ਖਾਸ ਕਰਕੇ ਸ਼ਾਇਰੋ ਸ਼ਾਇਰੀ ਨੂੰ ਸੁਣਦੇ ਆ, ਜਿਹੜੇ ਕਿ ਕਵੀ ਦਰਬਾਰਾਂ ਦੇ ਵਿੱਚ ਉਤਸੁਕਤਾ ਰੱਖਦੇ ਆ, ਜਿਹੜੇ ਕਿ ਮੁਸ਼ਾਇਰਿਆਂ ਦੇ ਆਦੀ ਆ, ਮੁਸ਼ਾਇਰਿਆਂ ਨੂੰ ਮਾਣਦੇ ਆ, ਉਹਨਾਂ ਦੇ ਲਈ ਇੱਕ ਬਹੁਤ ਵੱਡੇ ਝਟਕੇ ਵਾਲੀ ਖਬਰ ਹੈ ਕਿ ਜਨਾਬ ਰਾਹਤ ਇੰਦੌਰੀ ਸਾਹਿਬ ਦੀ ਮੌਤ ਹੋ ਗਈ ਆ। ਰਾਹਤ ਇੰਦੌਰੀ ਸਾਹਿਬ ਨੂੰ ਅਸੀਂ ਕਦੇ ਮਿਲੇ ਨਹੀਂ, ਪਰ ਚਾਹਨਾ ਬਹੁਤ ਸੀ ਕਿ ਅਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਕਰੀਏ, ਅਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਕਰੀਏ, ਪਰ ਇਹ ਸਾਡੀ ਚਾਹਨਾ ਪੂਰੀ ਨਹੀਂ ਹੋ ਸਕੀ ਕਿਉਂਕਿ ਉਹਨਾਂ ਦਾ ਪੇਸ਼ਕਾਰੀ ਦਾ ਅੰਦਾਜ਼, ਉਹਨਾਂ ਦੇ ਵੱਲੋਂ ਜੋ ਗੱਲਾਂ ਕੀਤੀਆਂ ਜਾਂਦੀਆਂ ਸੀ, ਉਹਨਾਂ ਦੇ ਵੱਲੋਂ ਸਮੇਂ ਦੀ ਹਕੀਕਤ ਨੂੰ ਬਿਆਨ ਕਰਨ ਵਾਲੀ ਜਿਹੜੀ ਸ਼ਾਇਰੀ ਪੇਸ਼ ਕੀਤੀ ਜਾਂਦੀ ਸੀ, ਤੇ ਉਹ ਜਦੋਂ ਕਹਿੰਦੇ ਸੀ ਵੀ ਇਹ ਹਿੰਦੁਸਤਾਨ ਤੁਮਾਰੇ ਬਾਪ ਕਾ ਥੋੜੀ ਨਾ ਹੈ, ਇਹ ਜਿਹੜੀਆਂ ਗੱਲਾਂ ਨੇ ਉਹ ਸੁਣ ਕੇ ਨਾ ਤੇ ਮਨ ਆ ਜਿਹੜਾ ਉਹਨਾਂ ਦੇ ਉੱਤੇ ਇੰਨਾ ਕੁ ਮਾਣ ਮਹਿਸੂਸ ਕਰਦਾ ਸੀ ਕਿ ਇੰਨੀ ਬੇਬਾਕੀ ਦੇ ਵਿੱਚ ਵੀ ਕੋਈ ਬੋਲ ਸਕਦਾ ਹੈ। ਰਾਹਤ ਇੰਦੌਰੀ ਸਾਹਿਬ ਹੁਣ ਇਸ ਦੁਨੀਆ ਦੇ ਵਿੱਚ ਨਹੀਂ, ਪਰ ਉਹਨਾਂ ਦੀਆਂ ਯਾਦਾਂ ਸਾਡੇ ਕੋਲੇ ਹਮੇਸ਼ਾ ਰਹਿਣੀਆਂ। ਰਾਹਤ ਇੰਦੌਰੀ ਜਿੱਥੇ ਵੀ ਜਾਂਦੇ ਸੀ ਆਪਣਾ ਪ੍ਰੋਗਰਾਮ ਪੇਸ਼ ਕਰਨ, ਸੁਪਰਸਟਾਰ ਕਲਾਕਾਰ ਤੋਂ ਵੱਧ ਉੱਥੇ ਲੋਕ ਉਹਨਾਂ ਦੀ ਉਡੀਕ ਕਰਦੇ ਹੁੰਦੇ ਸੀ। ਰਾਹਤ ਇੰਦੌਰੀ ਸਾਹਿਬ 70 ਸਾਲ ਦੀ ਉਮਰ ਦੇ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਆ। ਉਹਨਾਂ ਨੂੰ ਕਰੋਨਾ ਵੀ ਹੋਇਆ, ਨਮੂਨੀਆ ਦੀ ਸਮੱਸਿਆ ਵੀ ਸੀ, 3 ਜਿਹੜੇ ਅਟੈਕ ਆ ਉਹਨਾਂ ਨੂੰ ਅਚਾਨਕ ਹੋਏ ਆ ਅੱਗੜ ਪਿਛੜ, ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ। ਤੇ ਉਹਨਾਂ ਦੀ ਮੌਤ ਤੋਂ ਬਾਅਦ ਪੂਰੇ ਰਾਜਨੀਤਿਕ, ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਖਿੱਤਿਆਂ ਦੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਹੈ। ਪਹਿਲਾਂ ਇਸ ਦੁਖਦਾਈ ਖਬਰ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਹਤ ਇੰਦੌਰੀ ਸਾਹਿਬ ਅੱਜ ਦੁਨੀਆ ਤੋਂ ਰੁਖਸਤ ਹੋ ਗਏ ਨੇ। ਅੱਜ ਸਵੇਰ ਦੇ ਵੇਲੇ ਉਹਨਾਂ ਨੇ ਖੁਦ ਨੂੰ ਕਰੋਨਾ ਪੀੜਤ ਹੋਣ ਦੀ ਖਬਰ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਸੀ। 70 ਸਾਲ ਦੀ ਉਮਰ ਦੇ ਵਿੱਚ ਇਹ ਗੰਭੀਰ ਮਸਲਾ ਸੀ, ਪਰ ਰਾਹਤ ਦੇ ਕਿਰਦਾਰ ਤੋਂ ਵਾਕਫ ਸ਼ਾਇਰਾਂ ਦੀ ਬਰਾਦਰੀ ਨੂੰ ਇਸ ਗੱਲ ਦਾ ਯਕੀਨ ਸੀ ਕਿ ਇਸ ਵਾਰ ਕਰੋਨਾ ਗਲਤ ਆਦਮੀ ਦੇ ਨਾਲ ਭਿੜ ਗਿਆ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਾਹਤ ਨੂੰ ਨਮੋਨੀਆ ਵੀ ਹੋ ਗਿਆ ਸੀ ਤੇ ਲਗਾਤਾਰ 3 ਹਾਰਟ ਅਟੈਕ ਵੀ ਆਏ। ਇਸ ਕਰਕੇ ਸ਼ਾਮੀ 5 ਵਜੇ ਖਬਰ ਆਈ ਕਿ ਰੂਹ ਨੂੰ ਰਾਹਤ ਦੇਣ ਵਾਲਾ ਇਹ ਸ਼ਾਇਰ ਦੁਨੀਆ ਤੋਂ ਚੱਲ ਵਸਿਆ। 1 ਜਨਵਰੀ 1950 ਨੂੰ ਦਿਨ ਐਤਵਾਰ ਦਾ ਸੀ ਜਦੋਂ ਰਾਹਤ ਇੰਦੌਰੀ ਸਾਹਿਬ ਦਾ ਜਨਮ ਹੋਇਆ। ਰਾਹਤ ਸਾਹਿਬ ਦਾ ਬਚਪਨ ਨੂੰ ਗੁਰਬਤ ਦੇ ਵਿੱਚ ਵਿਚਰਿਆ। ਵਾਲਿਦ ਨੇ ਇੰਦੌਰ ਆਉਣ ਤੋਂ ਬਾਅਦ ਆਟੋ ਚਲਾਇਆ, ਮਿੱਲ ਦੇ ਵਿੱਚ ਕੰਮ ਕੀਤਾ, ਪਰ ਉਹਨਾਂ ਦਿਨਾਂ ਦੇ ਵਿੱਚ ਆਰਥਿਕ ਮੰਦੀ ਦਾ ਬੇਹੱਦ ਦੌਰ ਰਿਹਾ। 1939 ਤੋਂ 1945 ਤੱਕ ਦੂਜੇ ਵਿਸ਼ਵ ਯੁੱਧ ਦਾ ਭਾਰਤ ਦੇ ਉੱਤੇ ਵੀ ਅਸਰ ਪਿਆ। ਮਿੱਲਾਂ ਬੰਦ ਹੋ ਗਈਆਂ ਤੇ ਉੱਥੇ ਮੁਲਾਜ਼ਮਾਂ ਦੀ ਛਾਂਟੀ ਹੋ ਗਈ। ਰਾਹਤ ਸਾਹਿਬ ਦੇ ਵਾਲਿਦ ਦੀ ਵੀ ਨੌਕਰੀ ਚਲੀ ਗਈ। ਹਾਲਾਤ ਇੰਨੇ ਖਰਾਬ ਹੋ ਗਏ ਕਿ ਰਾਹਤ ਸਾਹਿਬ ਦੇ ਪਰਿਵਾਰ ਨੂੰ ਬੇਘਰ ਹੋਣਾ ਪੈ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਟਵੀਟ ਕੀਤਾ ਕਿ ਰਾਹਤ ਉਰਦੂ ਅਦਬ ਦੀ ਕਦਾਵਰ ਸ਼ਖਸੀਅਤ ਸਨ। ਉਹਨਾਂ ਦੇ ਜਾਣ ਦੇ ਨਾਲ ਬੇਹੱਦ ਦੁੱਖ ਹੋਇਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਰਾਹਤ ਨੂੰ ਉਹਨਾਂ ਦੇ ਹੀ ਅੰਦਾਜ਼ ਦੇ ਵਿੱਚ ਵਿਦਾਇਗੀ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ एक ही नदी के हैं ये 2 किनारे दोस्तों, दोस्ताना जिंदगी से मौत ये जारी रखो। राहत इंदौरी के पुत्र ते नौजवान शायर सतलज राहत ने कहा कि पिता 4 महीने तो सिर्फ ਤੇ ਸਿਰਫ ਨਿਯਮਤ ਜਾਂਚ ਦੇ ਲਈ ਹੀ ਘਰੋਂ ਬਾਹਰ ਨਿਕਲਦੇ ਸਨ। ਉਹਨਾਂ ਨੂੰ 4-5 ਦਿਨ ਤੋਂ ਬੇਚੈਨੀ ਮਹਿਸੂਸ ਹੋ ਰਹੀ ਸੀ। ਡਾਕਟਰਾਂ ਦੀ ਸਲਾਹ ਦੇ ਉੱਤੇ ਐਕਸਰੇ ਕਰਵਾਇਆ ਗਿਆ ਤਾਂ ਨਮੂਨੀਆ ਦੱਸਿਆ ਗਿਆ। ਇਸ ਤੋਂ ਬਾਅਦ ਸੈਂਪਲ ਜਾਂਚ ਦੇ ਲਈ ਭੇਜੇ ਗਏ ਤਾਂ ਕਰੋਨਾ ਪੀੜਤ ਪਾਏ ਗਏ। ਰਾਹਤ ਨੂੰ ਦਿਲ ਦੀ ਬਿਮਾਰੀ ਤੇ ਸ਼ੂਗਰ ਦੀ ਸਮੱਸਿਆ ਸੀ। ਸਾਹ ਲੈਣ ਦੇ ਵਿੱਚ ਤਕਲੀਫ ਦੇ ਕਰਕੇ ICU ਦੇ ਵਿੱਚ ਰੱਖਿਆ ਗਿਆ। ਅਰਵਿੰਦੋ ਹਸਪਤਾਲ ਦੇ ਡਾਇਰੈਕਟਰ ਵਿਨੋਦ ਭੰਡਾਰੀ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਤੋਂ ਬਾਅਦ ਅਟੈਕ ਇੱਕ ਹੋਰ ਆਇਆ। ਉਸ ਤੋਂ ਬਾਅਦ ਇੱਕ ਵਾਰ ਹੋਰ
ਰਾਹਤ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੰਭਲ ਨਹੀਂ ਸਕੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਭਾਵਕ ਅੰਦਾਜ਼ ਦੇ ਵਿੱਚ ਇਹੀ ਗੱਲ ਕਹਿਣੀ ਬਣਦੀ ਹੈ ਕਿ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਮਸ਼ਹੂਰ ਤਾਂ ਕੋਈ ਵੀ ਬੰਦਾ ਇੱਕ ਕੰਮ ਕਰਕੇ ਹੋ ਸਕਦਾ, ਪਰ ਆਪਣੀ ਪੂਰੀ ਹਯਾਤੀ, ਆਪਣੀ ਪੂਰੀ ਜ਼ਿੰਦਗੀ ਉਰਦੂ ਸ਼ਾਇਰੀ ਦੇ ਲੇਖੇ ਲਾ ਦੇਣੀ, ਹਿੰਦੀ ਸ਼ਾਇਰੀ ਦੇ ਲੇਖੇ ਲਾ ਦੇਣੀ ਤੇ ਇੱਕ ਇਹੋ ਜਿਹਾ ਨਾਮਣਾ ਖੱਟਣਾ, ਇੱਕ ਇਹੋ ਜਿਹੀ ਸ਼ਖਸੀਅਤ ਦਾ ਪਸਾਰਾ ਕਰ ਲੈਣਾ ਕਿ ਕੁੱਲ ਦੁਨੀਆ ਪ੍ਰਭਾਵ ਕਬੂਲਦੀ ਹੋਵੇ। ਜਿੱਥੇ ਜਿੱਥੇ ਵੀ ਸਾਹਿਤਕ ਮੱਸ ਵਾਲੇ ਲੋਕ ਵਸਦੇ ਆ, ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ। ਤੇ ਇਸ ਗੱਲ ਦਾ ਦੁੱਖ ਥੋੜਾ ਜਿਹਾ ਹੈਗਾ ਕਿ ਅਗਲਾ ਪੂਰਾ ਜਿਹੜਾ ਹਾਲ ਦੀ ਘੜੀ ਰਾਹਤ ਇੰਦੌਰੀ ਦੀ ਬਰਾਬਰੀ ਕਰਦਾ ਦਿਖਾਈ ਨਹੀਂ ਦੇ ਰਿਹਾ। ਲੋੜ ਤਾਂ ਇਸ ਵਕਤ ਸਾਹਿਤਕ ਮੱਸ ਵਾਲੇ ਲੋਕਾਂ ਦੀ ਵੀ ਹੈ ਤੇ ਚੰਗੇ ਸ਼ਾਇਰਾਂ ਦੀ ਵੀ ਹੈ, ਪਰ ਰਾਹਤ ਇੰਦੌਰੀ ਸਾਹਿਬ ਜੋ ਲਿਖਦੇ ਸੀ ਉਹਦੇ ਨਾਲੋਂ ਕਮਾਲ ਉਹ ਪੇਸ਼ਕਾਰੀ ਦੇ ਰੂਪ ਦੇ ਵਿੱਚ ਕਰਦੇ ਸੀ। ਤੇ ਜੇਕਰ ਕਿਸੇ ਦਰਸ਼ਕ ਨੇ ਇਹ ਉਹਨਾਂ ਦੀ ਪੇਸ਼ਕਾਰੀ ਨਹੀਂ ਦੇਖੀ ਤਾਂ YouTube ਦੇ ਉੱਤੇ ਰਾਹਤ ਇੰਦੌਰੀ ਪੋਇਟਰੀ ਜਾਂ ਰਾਹਤ ਇੰਦੌਰੀ ਦਾ ਨਾਮ ਭਰ ਕੇ ਤੇ ਸਰਚ ਕੀਤਾ ਜਾ ਸਕਦਾ। ਉਹ ਜੋ ਰੰਗ ਬੰਨ੍ਹਦੇ ਸੀ, ਕਹਿੰਦੇ ਕਹਾਉਂਦੇ ਕਲਾਕਾਰਾਂ ਦੇ ਕੋਲੋਂ ਵੀ ਰੰਗ ਨਹੀਂ ਬੰਨ੍ਹਿਆ ਜਾਂਦਾ। ਉਹਨਾਂ ਦੀ ਇੱਕ ਇੱਕ ਸਤਰ, ਇੱਕ ਇੱਕ ਸ਼ੇਅਰ ਦੇ ਉੱਤੇ ਜਿੰਨੀਆਂ ਤਾੜੀਆਂ ਵੱਜਦੀਆਂ ਸੀ, ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੁੰਦੀ ਸੀ। ਇਹੋ ਜਿਹਾ ਮਾਹੌਲ ਬਣ ਜਾਂਦਾ ਸੀ। ਸੋ ਉਹਨਾਂ ਦੇ ਜਾਣ ਦੇ ਉੱਤੇ ਸਾਨੂੰ ਬੇਹੱਦ ਗਮ ਹੈ, ਬੇਹੱਦ ਦੁੱਖ ਹੈ। ਜੇਕਰ ਉਹ ਜਿਉਂਦੇ ਰਹਿੰਦੇ ਤਾਂ ਹੋ ਸਕਦਾ ਅਸੀਂ ਆਪਣੇ ਦਰਸ਼ਕਾਂ ਦੇ ਉਹਨਾਂ ਨੂੰ ਰੂਬਰੂ ਵੀ ਕਰਦੇ, ਕਿਉਂਕਿ ਕੋਸ਼ਿਸ਼ਾਂ ਇਸ ਮੁਤਲਕ ਚੱਲ ਵੀ ਰਹੀਆਂ ਸੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।